ਵਿਆਹ ਦੀ ਰਾਤ ਮੇਰੇ ਪਤੀ ਨੂੰ ਅਚਾਨਕ ਫ਼ੋਨ ਆਇਆ। ਮੇਰੇ ਪਤੀ ਨੇ ਮੈਨੂੰ ਬੋਲਿਆ ਕਿ ਤੂੰ ਮੇਰੀ ਮਾਂ ਦੇ ਕਮਰੇ ਵਿੱਚ ਜਾ ਕੇ ਸੌਂ ਜਾ। ਮੈਂ ਆਪਣੀ ਸੱਸ ਕੋਲ ਜਾ ਕੇ ਸੌਂ ਗਈ। ਹੁਣ ਰੋਜ਼ ਹੀ ਅਜਿਹਾ ਹੋਣ ਲੱਗਿਆ। ਮੈਂ ਰੋਜ਼ ਹੀ ਆਪਣੀ ਸੱਸ ਕੋਲ ਸੌਂਦੀ। ਮੇਰੀ ਸੱਸ ਦਿਨ ਪਰ ਦਿਨ ਜਵਾਨ ਹੋਣ ਲੱਗੀ ਤੇ ਮੈਨੂੰ ਹੱਡੀਆਂ ਦਾ ਦਰਦ ਹੋਣ ਲੱਗ ਗਿਆ। ਇੱਕ ਦਿਨ ਮੇਰਾ 13 ਸਾਲ ਦਾ ਦਿਓਰ ਬੋਲਿਆ ਕਿ ਮੈਂ ਵੀ ਜਦੋਂ ਬੁੱਢਾ ਹੋ ਜਾਵਾਂਗਾ ਤਾਂ ਮੈਂ ਵੀ ਜਵਾਨ ਹੋਣ ਲਈ ਉਹੀ ਕਰਾਂਗਾ ਜੋ ਮਾਂ ਭਾਬੀ ਨਾਲ ਕਰਦੀ ਹੈ। ਇਹ ਸੁਣਦੇ ਹੀ ਮੈਨੂੰ ਮੇਰੇ ਕੰਨਾਂ 'ਤੇ ਵਿਸ਼ਵਾਸ ਨਾ ਹੋਇਆ। ਮੈਂ ਆਪਣੇ ਦਿਓਰ ਨੂੰ ਇੱਕ ਚਾਕਲੇਟ ਦੇ ਕੇ ਕਿਹਾ, ਮਾਂ ਮੇਰੇ ਨਾਲ ਕੀ ਕਰਦੀ ਹੈ? ਤਾਂ ਉਸਨੇ ਜੋ ਦੱਸਿਆ ਉਸ ਨੂੰ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੈਂ 4 ਭਰਾਵਾਂ ਦੀ ਇਕਲੌਤੀ ਭੈਣ ਸੀ। ਭਰਾ ਤਾਂ ਮੇਰੇ 'ਤੇ ਜਾਨ ਵਾਰਦੇ ਸਨ, ਜਦ ਕਿ ਮੇਰੇ ਪਿਤਾ ਜੀ ਮੇਰੇ 'ਤੇ ਥੋੜ੍ਹੀ ਸਖਤੀ ਕਰਦੇ ਸਨ। ਮੈਂ ਅਕਸਰ ਸੁਣਿਆ ਕਿ ਪਿਤਾ ਜੀ ਮਾਂ ਨੂੰ ਕਿਹਾ ਕਰਦੇ ਸਨ ਕਿ ਜੇ ਸਿਮਰਨ ਤੋਂ ਕੋਈ ਊਚ ਨੀਚ ਹੋ ਗਈ ਤਾਂ ਸਾਡੀ 5 ਮਰਦਾਂ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ। ਅਸੀਂ ਕਿਸੇ ਨਾਲ ਅੱਖਾਂ ਮਿਲਾਉਣ ਦੇ ਕਾਬਲ ਨਹੀਂ ਰਹਾਂਗੇ। ਇਸ ਲਈ ਆਪਣੀ ਬੇਟੀ 'ਤੇ ਲਗਾਮ ਲਗਾ ਦਿਓ। ਪਤਾ ਨਹੀਂ ਪਿਤਾ ਜੀ ਇਹ ਕਿਉਂ ਸਮਝਦੇ ਸਨ ਕਿ ਬੇਟੀਆਂ ਨੂੰ ਕਾਬੂ ਕਰਨ ਲਈ ਉਹਨਾਂ 'ਤੇ ਸਖਤੀ ਕਰਨਾ ਜ਼ਰੂਰੀ ਹੈ। ਮੇਰੇ ਖਿਆਲ ਨਾਲ ਤਾਂ ਜਿਹੜੇ ਪਿਤਾ ਆਪਣੀ ਬੇਟੀਆਂ ਨੂੰ ਦੋਸਤ ਬਣਾ ਕੇ ਰੱਖਦੇ ਹਨ ਉਹਨਾਂ ਨੂੰ ਤਾਂ ਇਹ ਕੁਝ ਕਹਿਣ ਦੀ ਵੀ ਲੋੜ ਨਹੀਂ ਹੁੰਦੀ ਕਿ ਸਾਡੀ ਇੱਜ਼ਤ ਦਾ ਖਿਆਲ ਰੱਖੀ। ਬੇਟੀਆਂ ਤਾਂ ਖੁਦ ਹੀ ਬਾਪ ਦੀ ਖੁਸ਼ੀ ਲਈ ਸਭ ਕੁਝ ਕੁਰਬਾਨ ਕਰ ਦਿੰਦੀਆਂ ਹਨ। ਖੈਰ ਪਿਤਾ ਜੀ ਦਾ ਹੁਕਮ ਸੀ ਤਾਂ ਮਾਂ ਕਿਵੇਂ ਨਜ਼ਰਅੰਦਾਜ਼ ਕਰ ਸਕਦੀ ਸੀ। ਮਾਂ ਨੇ ਮੇਰੇ 'ਤੇ ਬਹੁਤ ਜ਼ਿਆਦਾ ਰੋਕ ਟੋਕ ਕਰਨੀ। ਮੈਨੂੰ ਕਿਤੇ ਜਾਣ ਨਹੀਂ ਦਿੰਦੇ ਸਨ ਤੇ ਨਾ ਹੀ ਕੋਈ ਸਹੇਲੀ ਬਣਾਉਣ ਦਿੰਦੇ ਸਨ। ਮੈਂ ਇਸ ਮਾਹੌਲ ਤੋਂ ਬਹੁਤ ਤੰਗ ਆ ਗਈ ਸੀ। ਇੱਕ ਦਿਨ ਪਿਤਾ ਜੀ ਆਪਣੇ ਕਿਸੇ ਕੰਮ ਤੋਂ 2 ਦਿਨ ਦੇ ਲਈ ਸ਼ਹਿਰ ਤੋਂ ਬਾਹਰ ਚਲੇ ਗਏ। ਮੈਂ ਬਹੁਤ ਖੁਸ਼ ਹੋਈ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਮੈਂ ਥੋੜ੍ਹੀ ਦੇਰ ਲਈ ਆਪਣੀ ਸਹੇਲੀ ਦੇ ਘਰ ਜਾ ਆਵਾਂ, ਪਰ ਮਾਂ ਨੇ ਸਖਤ ਮਨਾ ਕਰ ਦਿੱਤਾ। ਮੈਂ ਮਾਂ ਨੂੰ ਕਿਹਾ ਕਿ ਤੁਸੀਂ ਮੇਰੇ 'ਤੇ ਹਮੇਸ਼ਾ ਸਖਤੀ ਰੱਖੀ ਹੈ। ਮੈਂ ਅਜਿਹੀ ਜ਼ਿੰਦਗੀ ਤੋਂ ਤੰਗ ਆ ਗਈ ਹਾਂ। ਅਜਿਹੀ ਜ਼ਿੰਦਗੀ ਤੋਂ ਤਾਂ ਮਰਨਾ ਹੀ ਚੰਗਾ। ਮੇਰੀ ਗੱਲ ਸੁਣ ਕੇ ਮੇਰੀ ਮਾਂ ਦਾ ਦਿਲ ਦਹਿਲ ਗਿਆ। ਉਹ ਬੋਲੀ ਕਿ ਖਬਰਦਾਰ, ਜੇ ਅਜਿਹੀ ਗੱਲ ਆਪਣੇ ਮੂੰਹ ਤੋਂ ਦੁਬਾਰਾ ਕੱਢੀ ਤਾਂ ਇਹ ਜੋ ਤੇਰੇ 4 ਭਰਾ ਹਨ ਉਹ ਤੇਰੇ ਪਿਤਾ ਦੇ ਹੀ ਹਨ ਤੇ ਤੂੰ ਮੇਰੀ ਧੀ ਐਂ, ਮੇਰੇ ਜਿਗਰ ਦਾ ਟੋਟਾ ਏਂ। ਮਾਂ ਦੀ ਗੱਲ ਸੁਣ ਕੇ ਮੈਂ ਕਿਹਾ ਕਿ ਜੇ ਅਜਿਹੀ ਗੱਲ ਹੈ ਤਾਂ ਤੁਸੀਂ ਮੈਨੂੰ ਮੇਰੀ ਸਹੇਲੀ ਦੇ ਘਰ ਜਾਣ ਦਿਓ। ਮਾਂ ਨੇ ਹਾਂ ਕਰ ਦਿੱਤੀ ਤੇ ਮੈਂ ਖੁਸ਼ੀ-ਖੁਸ਼ੀ ਅਲਮਾਰੀ 'ਚੋਂ ਆਪਣਾ ਨਵਾਂ ਸੂਟ ਕੱਢ ਕੇ ਪਾ ਲਿਆ ਤੇ ਤਿਆਰ ਹੋ ਗਈ। ਮੈਨੂੰ ਮਾਂ ਨੇ ਪੈਸੇ ਵੀ ਦਿੱਤੇ ਤੇ ਸਖਤੀ ਨਾਲ ਕਿਹਾ ਕਿ ਆਪਣਾ ਖਿਆਲ ਰੱਖੀਂ। ਮੈਂ ਮਾਂ ਦੀ ਗੱਲ ਸੁਣ ਕੇ ਮੁਸਕਰਾਈ ਤੇ ਘਰੋਂ ਚੱਲ ਪਈ। ਅੱਜ ਮੈਂ ਕਈ ਸਾਲਾਂ ਬਾਅਦ ਆਪਣੀ ਸਹੇਲੀ ਪਿੰਕੀ ਦੇ ਘਰ ਆ ਰਹੀ ਸੀ। ਮੈਂ ਬੱਸ ਵਿੱਚ ਬੈਠ ਗਈ। ਸਭ ਕੁਝ ਨਵਾਂ-ਨਵਾਂ ਲੱਗ ਰਿਹਾ ਸੀ। ਮੈਨੂੰ ਇੰਨਾ ਵਧੀਆ ਤੇ ਸਕੂਨ ਭਰਿਆ ਲੱਗ ਰਿਹਾ ਸੀ। ਜਦੋਂ ਮੈਂ ਪਿੰਕੀ ਦੇ ਘਰ ਪਹੁੰਚੀ ਤਾਂ ਉਸ ਨੂੰ ਯਕੀਨ ਨਹੀਂ ਹੋਇਆ ਕਿ ਮੈਂ ਉਸ ਦੇ ਘਰ ਆਈ ਹਾਂ। ਉਹ ਬਹੁਤ ਖੁਸ਼ ਹੋਈ ਮੈਨੂੰ ਦੇਖ ਕੇ। ਮੈਂ ਉਸ ਨੂੰ ਹੱਸ ਕੇ ਕਿਹਾ ਕਿ ਤੂੰ ਸੋਚ ਵੀ ਨਹੀਂ ਸਕਦੀ ਕਿ ਮੈਨੂੰ ਕਿੰਨੀ ਮੁਸ਼ਕਿਲ ਨਾਲ ਤੇਰੇ ਘਰ ਆਉਣ ਦੀ ਇਜਾਜ਼ਤ ਮਿਲੀ ਹੈ। ਅਸੀਂ 2 ਘੰਟੇ ਦੋਵੇਂ ਸਹੇਲੀਆਂ ਬੈਠ ਕੇ ਗੱਲਾਂ ਕਰਦੀਆਂ ਰਹੀਆਂ। ਫਿਰ ਮੈਂ ਉਸ ਨੂੰ ਜਾਣ ਲਈ ਕਿਹਾ ਤਾਂ ਉਸਨੇ ਮਨਾ ਕਰ ਦਿੱਤਾ ਤੇ ਕਹਿਣ ਲੱਗੀ ਕਿ ਮੈਂ ਤੈਨੂੰ ਇੰਨੀ ਛੇਤੀ ਨਹੀਂ ਜਾਣ ਦਿੰਦੀ। ਹੁਣ ਜੇ ਤੂੰ ਆਈ ਹੈ ਤਾਂ ਕੁਝ ਹੋਰ ਸਮਾਂ ਇੱਥੇ ਰਹਿ ਜਾ। ਮੈਂ ਕਿਹਾ ਜੇ ਅੱਜ ਮੈਂ ਸਮੇਂ ਸਿਰ ਘਰ ਨਾ ਪਹੁੰਚੀ ਤਾਂ ਮਾਂ ਮੈਨੂੰ ਫਿਰ ਕਦੇ ਨਹੀਂ ਭੇਜੇਗੀ। ਗੱਲਾਂ-ਗੱਲਾਂ ਵਿੱਚ ਪਤਾ ਹੀ ਨਹੀਂ ਲੱਗਿਆ ਕਦੋਂ ਸ਼ਾਮ ਹੋ ਗਈ। ਮੈਂ ਬਹੁਤ ਘਬਰਾ ਗਈ। ਮੇਰੇ ਨਾਲ ਪਿੰਕੀ ਵੀ ਘਬਰਾ ਗਈ ਤੇ ਮੈਨੂੰ ਕਹਿਣ ਲੱਗੀ ਕਿ ਮੈਨੂੰ ਮਾਫ਼ ਕਰ ਦੇ, ਤੈਨੂੰ ਮੇਰੇ ਕਰਕੇ ਦੇਰ ਹੋ ਗਈ। ਪਿੰਕੀ ਕਹਿੰਦੀ ਕਿ ਮੈਂ ਮਾਂ ਨੂੰ ਤੇਰੇ ਨਾਲ ਭੇਜ ਦਿੰਦੀ ਹਾਂ, ਪਰ ਮੈਂ ਮਨਾ ਕਰ ਦਿੱਤਾ ਕਿ ਕੋਈ ਗੱਲ ਨਹੀਂ। ਮੈਂ ਇਕੱਲੀ ਹੀ ਪਿੰਕੀ ਦੇ ਘਰੋਂ ਨਿਕਲ ਗਈ, ਪਰ ਮੈਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇਹ ਮੇਰੇ ਲਈ ਕਿੰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਮੈਂ ਬੱਸ ਸਟੈਂਡ 'ਤੇ ਖੜ੍ਹੀ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ 2 ਲੜਕੇ ਮੈਨੂੰ ਘੂਰ ਰਹੇ ਹਨ। ਮੈਂ ਕਦੇ ਘਰ ਤੋਂ ਇਕੱਲੀ ਨਹੀਂ ਨਿਕਲੀ ਸੀ, ਇਸ ਲਈ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਮੈਂ ਬਹੁਤ ਘਬਰਾ ਗਈ। ਉਹ ਲੜਕੇ ਮੇਰੀ ਘਬਰਾਹਟ ਦੇਖ ਕੇ ਹੋਰ ਨਿਡਰ ਹੋ ਗਏ ਤੇ ਮੇਰੇ ਕੋਲ ਆ ਕੇ ਖੜ੍ਹ ਗਏ। ਮੈਂ ਉਹਨਾਂ ਕੋਲੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਕਿ ਉਹ ਮੇਰੇ ਹੋਰ ਨੇੜੇ ਹੁੰਦੇ ਜਾ ਰਹੇ ਸੀ। ਉਦੋਂ ਹੀ ਮੈਨੂੰ ਬੱਸ ਆਉਂਦੀ ਦਿਖੀ ਤਾਂ ਮੇਰੀ ਜਾਨ 'ਚ ਜਾਨ ਆਈ। ਬੱਸ ਰੁਕੀ ਤਾਂ ਮੈਂ ਛੇਤੀ ਦੇਣੇ ਬੱਸ ਵਿੱਚ ਬੈਠ ਗਈ। ਮੈਨੂੰ ਲੱਗਿਆ ਕਿ ਹੁਣ ਮੇਰੀ ਉਹਨਾਂ ਅਵਾਰਾ ਲੜਕਿਆਂ ਤੋਂ ਜਾਨ ਛੁੱਟ ਜਾਵੇਗੀ, ਪਰ ਉਦੋਂ ਮੇਰਾ ਦਿਲ ਬੈਠ ਗਿਆ ਜਦੋਂ ਉਹ ਲੜਕੇ ਮੇਰੇ ਨਾਲ ਹੀ ਬੱਸ 'ਚ ਚੜ੍ਹ ਗਏ। ਉਹ ਮੇਰੇ ਕੋਲ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ।
ਇੱਕ ਲੜਕਾ ਬਹੁਤ ਗੁੱਸੇ ਵਿੱਚ ਬੋਲਿਆ ਕਿ ਤੁਸੀਂ ਦੋਵੇਂ ਕੌਣ ਹੋ? ਇਹ ਲੜਕੀ ਤੁਹਾਡੀ ਕੀ ਲੱਗਦੀ ਹੈ? ਉਹ ਦੋਵੇਂ ਉੱਚੀ ਉੱਚੀ ਹੱਸੇ ਤੇ ਬੋਲੇ ਕਿ ਅਜੇ ਤਾਂ ਕੁਝ ਨਹੀਂ ਲੱਗਦੀ, ਪਰ ਬਹੁਤ ਛੇਤੀ ਸਾਡੀ ਕੁਝ ਲੱਗ ਜਾਵੇਗੀ। ਉਸ ਲੜਕੇ ਨੇ ਮੇਰੇ ਤੋਂ ਉਹਨਾਂ ਨੂੰ ਦੂਰ ਕੀਤਾ ਤੇ ਕਿਹਾ ਕਿ ਜੇ ਹੁਣ ਉਸ ਲੜਕੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਫਿਰ ਉਹ ਲੜਕਾ ਪੂਰੇ ਰਸਤੇ ਮੇਰੀ ਰੱਖਿਆ ਕਰਦਾ ਰਿਹਾ। ਇਹ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਉਸ ਲਈ ਦੁਆਵਾਂ ਕਰ ਰਹੀ ਸੀ। ਬੱਸ ਰੁਕੀ ਤੇ ਉਹ ਲੜਕਾ ਵੀ ਮੇਰੇ ਨਾਲ ਹੀ ਉਤਰ ਗਿਆ ਤੇ ਆਖਣ ਲੱਗਾ ਕਿ ਮੈਂ ਤੁਹਾਡੇ ਘਰ ਤੱਕ ਤੁਹਾਨੂੰ ਛੱਡ ਆਉਂਦਾ ਹਾਂ। ਮੈਂ ਬਹੁਤ ਡਰ ਗਈ ਸੀ, ਇਸ ਲਈ ਉਸ ਦੀ ਗੱਲ ਨੂੰ ਟਾਲ ਨਾ ਸਕੀ। ਉਸਨੇ ਮੈਨੂੰ ਦੱਸਿਆ ਕਿ ਉਸ ਦਾ ਨਾਂ ਲਾਡੀ ਹੈ। ਉਹ ਮੈਨੂੰ ਘਰ ਦੇ ਕੋਲ ਛੱਡ ਕੇ ਚਲਾ ਗਿਆ। ਮੈਂ ਘਰ ਦੇ ਅੰਦਰ ਦਾਖਲ ਹੋਈ ਤਾਂ ਮੈਨੂੰ ਦੇਖਦਿਆਂ ਹੀ ਮੇਰੀ ਮਾਂ ਨੇ ਮੈਨੂੰ ਗਲ ਨਾਲ ਲਾ ਲਿਆ। ਮੈਂ ਉੱਚੀ ਉੱਚੀ ਰੋਣ ਲੱਗੀ। ਮਾਂ ਕਹਿਣ ਲੱਗੀ ਕਿ ਤੂੰ ਕਿੱਥੇ ਰਹਿ ਗਈ ਸੀ? ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਮੈਂ ਰੋਂਦੇ ਰੋਂਦੇ ਮਾਂ ਨੂੰ ਸਾਰਾ ਕਿੱਸਾ ਸੁਣਾ ਦਿੱਤਾ। ਇਹ ਸੁਣ ਕੇ ਮੇਰੀ ਮਾਂ ਵੀ ਘਬਰਾ ਗਈ ਤੇ ਆਖਣ ਲੱਗੀ ਕਿ ਰੱਬ ਉਸ ਲੜਕੇ ਦਾ ਭਲਾ ਕਰੇ ਜਿਸਨੇ ਤੇਰੀ ਮਦਦ ਕੀਤੀ। ਜੇਕਰ ਤੈਨੂੰ ਕੁਝ ਹੋ ਜਾਂਦਾ ਤਾਂ ਅਸੀਂ ਕੀ ਕਰਦੇ? ਮਾਂ ਹੁਣ ਉਸ ਲੜਕੇ ਲਈ ਦੁਆਵਾਂ ਕਰਦੀ ਰਹਿੰਦੀ ਸੀ। 2 ਦਿਨ ਬਾਅਦ ਪਾਪਾ ਵਾਪਸ ਆ ਗਏ ਸਨ। ਮੈਂ ਤੇ ਮਾਂ ਨੇ ਇਹ ਕਿੱਸਾ ਪਾਪਾ ਤੇ ਭਰਾਵਾਂ ਤੋਂ ਲੁਕਾ ਲਿਆ ਸੀ। ਮੈਨੂੰ ਹੁਣ ਹਮੇਸ਼ਾ ਉਸ ਲੜਕੇ ਦੇ ਚੰਗੇ ਵਿਵਹਾਰ ਦੀ ਯਾਦ ਆਉਂਦੀ ਰਹਿੰਦੀ ਸੀ ਤੇ ਮੇਰੇ ਦਿਲ ਵਿੱਚ ਅਜਨਬੀ ਲਈ ਪਿਆਰ ਪੈਦਾ ਹੋ ਗਿਆ ਸੀ। ਮੈਂ ਇਹ ਵੀ ਜਾਣਦੀ ਸੀ ਕਿ ਇਹ ਮੁਲਾਕਾਤ ਪਹਿਲੀ ਤੇ ਆਖਰੀ ਸੀ, ਪਰ ਫਿਰ ਵੀ ਮੈਂ ਉਸ ਨੂੰ ਆਪਣੇ ਦਿਲ ਵਿੱਚੋਂ ਕੱਢ ਨਾ ਸਕੀ। ਇੱਕ ਦਿਨ ਮੈਂ ਪਿੰਕੀ ਨਾਲ ਫ਼ੋਨ 'ਤੇ ਗੱਲ ਕਰ ਰਹੀ ਸੀ ਤਾਂ ਮੈਂ ਉਸ ਨੂੰ ਲਾਡੀ ਬਾਰੇ ਸਭ ਕੁਝ ਦੱਸ ਦਿੱਤਾ। ਮੇਰੀ ਗੱਲ ਸੁਣ ਕੇ ਪਿੰਕੀ ਕਹਿਣ ਲੱਗੀ ਕਿ ਤੂੰ ਉਸ ਲੜਕੇ ਨੂੰ ਫੇਸਬੁੱਕ 'ਤੇ ਲੱਭ ਸਕਦੀ ਐਂ, ਹੋ ਸਕਦਾ ਹੈ ਉਹ ਤੈਨੂੰ ਮਿਲ ਜਾਵੇ। ਮੈਂ ਪਿੰਕੀ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ। ਮੈਂ ਜਿਵੇਂ ਹੀ ਫ਼ੋਨ ਕੱਟਿਆ ਤਾਂ ਮਾਂ ਦੇ ਫ਼ੋਨ 'ਚੋਂ ਫੇਸਬੁੱਕ ਇੰਸਟਾਲ ਕਰਕੇ ਆਈਡੀ ਬਣਾ ਲਈ। ਹੁਣ ਜਦੋਂ ਵੀ ਮੈਨੂੰ ਮੌਕਾ ਮਿਲਦਾ ਤਾਂ ਮੈਂ ਲਾਡੀ ਨਾਮ ਦੇ ਲੜਕਿਆਂ ਨੂੰ ਸਰਚ ਕਰਨ ਲੱਗਦੀ। ਕਈ ਦਿਨ ਇੰਝ ਹੀ ਲੰਘ ਗਏ। ਹੁਣ ਮੈਨੂੰ ਲੱਗਿਆ ਕਿ ਇਹ ਸਭ ਮੁਮਕਿਨ ਨਹੀਂ ਹੈ। ਭਲਾ ਕਿਸੇ ਨੂੰ ਸਿਰਫ ਇੱਕ ਨਾਮ ਨਾਲ ਕਿਵੇਂ ਲੱਭਿਆ ਜਾ ਸਕਦਾ? ਮੈਂ ਹਾਰ ਮੰਨਣ ਹੀ ਲੱਗੀ ਸੀ ਕਿ ਇੱਕ ਦਿਨ ਲਾਡੀ ਦੀ ਤਸਵੀਰ ਮੇਰੇ ਸਾਹਮਣੇ ਆ ਗਈ। ਮੇਰੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੈਂ ਉਸ ਨੂੰ ਜਲਦੀ ਦੇਣੇ ਮੈਸੇਜ ਕੀਤਾ ਅਤੇ ਉਸ ਦਿਨ ਦੀ ਮਦਦ ਲਈ ਧੰਨਵਾਦ ਕੀਤਾ। ਮੈਂ ਨਾਲ ਹੀ ਲਿਖਿਆ ਕਿ ਉਸ ਲਈ ਮੇਰੀ ਮਾਂ ਤੇ ਮੈਂ ਬਹੁਤ ਦੁਆਵਾਂ ਕਰਦੇ ਹਾਂ। ਉਸ ਦਾ ਜਵਾਬ ਨਹੀਂ ਆਇਆ। ਠੀਕ 2 ਦਿਨ ਬਾਅਦ ਉਸਨੇ ਜਵਾਬ ਦਿੱਤਾ। ਉਸਨੇ ਕਿਹਾ ਕਿ ਇਹ ਤਾਂ ਮੇਰਾ ਫਰਜ਼ ਸੀ, ਇਸ ਵਿੱਚ ਕੋਈ ਨਵੀਂ ਗੱਲ ਨਹੀਂ ਸੀ। ਫਿਰ ਉਸਨੇ ਦੱਸਿਆ ਕਿ ਉਹ ਫੇਸਬੁੱਕ ਬਹੁਤ ਘੱਟ ਚਲਾਉਂਦਾ ਹੈ। ਹੁਣ ਅਸੀਂ ਦੋਵੇਂ ਹਰ ਰੋਜ਼ ਗੱਲਾਂ ਕਰਨ ਲੱਗੇ ਸੀ। ਮੈਨੂੰ ਲਾਡੀ ਨਾਲ ਪਿਆਰ ਹੋ ਗਿਆ। ਉਸ ਦਾ ਵੀ ਕੁਝ ਅਜਿਹਾ ਹੀ ਹਾਲ ਸੀ। ਮੈਨੂੰ ਦੱਸਿਆ ਸੀ ਉਸਨੇ। ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਘਰ ਰਿਸ਼ਤਾ ਭੇਜ ਦੇ, ਤਾਂ ਆਖਣ ਲੱਗਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਤੇਰੇ ਪਿਤਾ ਇਹ ਰਿਸ਼ਤਾ ਅਪਣਾਉਣਗੇ ਵੀ ਜਾਂ ਨਹੀਂ, ਕਿਉਂਕਿ ਮੈਂ ਇੱਕ ਛੋਟੀ ਜਾਤੀ ਤੋਂ ਹਾਂ। ਮੈਂ ਇੱਕ ਬਹੁਤ ਹੀ ਛੋਟੀ ਨੌਕਰੀ ਕਰਦਾ ਹਾਂ। ਮੇਰੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ। ਆਪਣੀ ਮਾਂ ਤੇ ਛੋਟੇ ਭਰਾ ਦਾ ਖਿਆਲ ਰੱਖਦਾ ਹਾਂ। ਮੈਂ ਬੋਲੀ ਕਿ ਮੇਰੇ ਲਈ ਤੁਸੀਂ ਹੀ ਬਹੁਤ ਹੋ। ਜੇ ਤੁਸੀਂ ਮੇਰੇ ਘਰ ਰਿਸ਼ਤਾ ਲੈ ਕੇ ਆਓਗੇ ਤਾਂ ਮੈਂ ਆਪਣੇ ਘਰਦਿਆਂ ਨੂੰ ਆਪੇ ਮਨਾ ਲਵਾਂਗੀ। ਲਾਡੀ ਦੀ ਗੱਲ ਸੱਚ ਹੋਈ। ਜਦੋਂ ਉਸ ਦਾ ਰਿਸ਼ਤਾ ਆਇਆ ਤਾਂ ਪਿਤਾ ਜੀ ਨੇ ਮਨਾ ਕਰ ਦਿੱਤਾ। ਉਹ ਆਖਣ ਲੱਗੇ ਕਿ ਨਹੀਂ ਭਾਈ, ਮੈਂ ਅਜਿਹੇ ਘਰ ਵਿੱਚ ਆਪਣੀ ਧੀ ਦਾ ਰਿਸ਼ਤਾ ਨਹੀਂ ਕਰਾਂਗਾ ਜਿੱਥੇ ਖਾਣ ਪੀਣ ਦੀ ਵੀ ਤੰਗੀ ਹੋਵੇ। ਮੈਂ ਮਾਂ ਨੂੰ ਕਿਹਾ ਕਿ ਤੁਸੀਂ ਪਿਤਾ ਜੀ ਨੂੰ ਸਮਝਾਓ, ਕਿਉਂਕਿ ਮੈਂ ਮਾਂ ਨੂੰ ਦੱਸ ਦਿੱਤਾ ਸੀ ਕਿ ਇਹ ਲਾਡੀ ਹੈ ਜਿਸ ਨੇ ਮੇਰੀ ਇੱਜ਼ਤ ਬਚਾਈ ਸੀ। ਮਾਂ ਨੇ ਵੀ ਕੋਸ਼ਿਸ਼ ਕਰਕੇ ਦੇਖ ਲਈ, ਪਰ ਪਿਤਾ ਜੀ ਨਾ ਮੰਨੇ। ਫਿਰ ਮੈਂ ਪਿਤਾ ਜੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ। ਮੈਂ ਉਹਨਾਂ ਨੂੰ ਸਪਸ਼ਟ ਆਖ ਦਿੱਤਾ ਕਿ ਤੁਸੀਂ ਮੇਰਾ ਵਿਆਹ ਉਸੇ ਥਾਂ ਕਰ ਦਿਓ। ਜੇਕਰ ਖਾਣ ਪੀਣ ਦੀ ਤੰਗੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਮੇਰੀ ਗੱਲ ਸੁਣ ਕੇ ਪਿਤਾ ਜੀ ਹੈਰਾਨ ਰਹਿ ਗਏ। ਉਹਨਾਂ ਦੇ ਮੱਥੇ ਤੇ ਵੱਟ ਪੈ ਗਏ। ਉਹ ਆਖਣ ਲੱਗੇ ਕਿ ਇਸ ਰਿਸ਼ਤੇ ਲਈ ਤੂੰ ਇੰਨੀ ਕਾਹਲੀ ਕਿਉਂ ਹੋ ਰਹੀ ਹੈ? ਤੂੰ ਉਸ ਲੜਕੇ ਨੂੰ ਕਿਵੇਂ ਜਾਣਦੀ ਆਂ? ਮੈਂ ਚੁੱਪ ਕਰ ਗਈ, ਪਰ ਪਿਤਾ ਜੀ ਸਭ ਸਮਝ ਗਏ ਸਨ। ਉਹਨਾਂ ਨੇ ਫਿਰ ਵੀ ਰਿਸ਼ਤੇ ਨੂੰ ਮਨਾ ਹੀ ਕੀਤਾ, ਪਰ ਮੈਂ ਅੜ ਗਈ ਸੀ। ਇੱਕ ਦਿਨ ਮੈਂ ਪਿਤਾ ਜੀ ਨੂੰ ਸਾਫ਼-ਸਾਫ਼ ਆਖ ਦਿੱਤਾ ਕਿ ਜੇਕਰ ਤੁਸੀਂ ਮੇਰਾ ਵਿਆਹ ਉਸ ਘਰ ਵਿੱਚ ਨਾ ਕੀਤਾ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ ਤੇ ਉਸ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ। ਇਹ ਗੱਲ ਸੁਣ ਕੇ ਮੇਰੇ ਪਿਤਾ ਜੀ ਨੇ ਮੇਰੇ ਇੱਕ ਥੱਪੜ ਜੜ ਦਿੱਤਾ ਤੇ ਮੇਰੀ ਮਾਂ ਨੂੰ ਵੀ ਬੁਰਾ ਭਲਾ ਕਹਿਣ ਲੱਗੇ ਕਿ ਤੇਰੀ ਨੱਕ ਹੇਠ ਤੇਰੀ ਧੀ ਕੀ ਕੁਝ ਕਰਦੀ ਰਹੀ, ਤੈਨੂੰ ਕੁਝ ਪਤਾ ਹੀ ਨਹੀਂ ਹੈ। ਪਿਤਾ ਜੀ ਮੇਰੇ ਫੈਸਲੇ ਤੋਂ ਡਰ ਗਏ ਸਨ, ਇਸ ਲਈ ਉਹਨਾਂ ਨੇ ਉਸ ਰਿਸ਼ਤੇ ਲਈ ਹਾਂ ਕਰ ਦਿੱਤੀ।
ਪਰ ਦੁੱਖ ਇਸ ਗੱਲ ਦਾ ਸੀ ਕਿ ਉਹਨਾਂ ਨੇ ਮੇਰੀ ਵਿਦਾਈ ਸਮੇਂ ਮੇਰੇ ਸਿਰ 'ਤੇ ਹੱਥ ਵੀ ਨਾ ਰੱਖਿਆ। ਸਿਰਫ ਇੰਨਾ ਬੋਲੇ ਕਿ ਹੁਣ ਸਾਡਾ ਰਿਸ਼ਤਾ ਖਤਮ ਹੋ ਗਿਆ। ਮੇਰੀਆਂ ਅੱਖਾਂ ਝਲਕ ਗਈਆਂ। ਮੈਂ ਦਿਲ 'ਚ ਸੋਚਿਆ ਕਿ ਪਿਤਾ ਜੀ, ਤੁਸੀਂ ਪਹਿਲਾਂ ਵੀ ਕਿਹੜਾ ਮੈਨੂੰ ਕਦੇ ਪਿਆਰ ਕੀਤਾ। ਮੈਨੂੰ ਇਹ ਖੁਸ਼ੀ ਸੀ ਕਿ ਮੇਰਾ ਵਿਆਹ ਉਸ ਇਨਸਾਨ ਨਾਲ ਹੋ ਰਿਹਾ ਹੈ ਜਿਸ ਨੂੰ ਮੈਂ ਪਿਆਰ ਕਰਦੀ ਹਾਂ ਅਤੇ ਉਹ ਵੀ ਮੈਨੂੰ ਚਾਹੁੰਦਾ ਹੈ। ਪਰ ਜਦੋਂ ਮੈਂ ਲਾਡੀ ਦੇ ਘਰ ਗਈ ਤਾਂ ਮੈਂ ਘਬਰਾ ਗਈ। ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ। ਤਾਂ ਦੋਸਤੋ, ਜੇ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।